ਵਾਹੋ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਵਿੱਚ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਦੇ ਜਨਮ ਤੋਂ ਲੈ ਕੇ ਤੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਉਸ ਦੇ ਉੱਤੇ। ਸੋ ਮੇਰੇ ਨਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ। ਸੋ ਉਹਨਾਂ ਨਾਲ ਗੱਲਬਾਤ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਸਮੁੱਚੀ ਦੁਨੀਆ ਦੇ ਵਿੱਚ ਵਸਦਾ ਸਿੱਖ ਭਾਈਚਾਰਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਿਹਾ ਹੈ। ਉਹਨਾਂ ਦਾ ਜਨਮ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਹੁੰਦਾ ਹੈ ਅਤੇ ਮੈਂ ਚਾਹੂੰਗਾ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਨਾਲ ਆਪ ਜੀ ਸਾਂਝ ਕਰੋ ਕਿ ਉਹਨਾਂ ਦਾ ਜਨਮ ਕਦੋਂ ਹੁੰਦਾ ਹੈ, ਮਾਤਾ ਪਿਤਾ ਦੇ ਸੰਬੰਧ ਦੇ ਵਿੱਚ ਜਿਹੜੀ ਆ ਉਹ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰੋ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਿੱਤਰ ਨਾਟਕ ਦੇ ਵਿੱਚ ਬਚਨ ਹਨ। ਮੁਰਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਭਾਵ ਸਤਿਗੁਰੂ ਜੀ ਦਾ ਜੋ ਪ੍ਰਕਾਸ਼ ਹੈ ਉਹ ਮਹਾਨ ਪਾਵਨ ਪਵਿੱਤਰ ਧਰਤੀ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਇਆ 1666 ਈਸਵੀ ਨੂੰ। ਸਤਿਗੁਰੂ ਪਾਤਸ਼ਾਹ ਜੀ ਦੇ ਜੋ ਸਤਿਕਾਰਯੋਗ ਪਿਤਾ ਧੰਨ ਧੰਨ ਨਾਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਜਿਸ ਵਕਤ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹ ਪਰਿਵਾਰ ਪਹੁੰਚਿਆ ਹੈ, ਉਸ ਵਕਤ ਸਤਿਗੁਰੂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਰਾਜੇ ਨੇ ਰਾਜਸਥਾਨ ਦੇ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਅਸਾਮ ਦੀ ਮੁਹਿੰਮ ਵਾਲੇ ਪਾਸੇ ਜਾ ਰਿਹਾ ਹਾਂ, ਕਿਰਪਾ ਕਰਕੇ ਮੇਰੀ ਸਹਾਇਤਾ ਕਰੋ, ਉੱਥੇ ਬਹੁਤ ਸਾਰੇ ਜਾਦੂ ਟੂਣਿਆਂ ਦਾ ਜ਼ੋਰ ਹੈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਜੋ ਗੁਰੂ ਨਾਨਕ ਦਾ ਘਰ ਹੈ ਇੱਥੇ ਇਸ ਤਰ੍ਹਾਂ ਦਾ ਕੋਈ ਇਲਮ ਕਾਮਯਾਬ ਨਹੀਂ ਹੁੰਦਾ ਕਿਉਂਕਿ ਸਾਧ ਸੰਗਤ ਜੀ ਦੋ ਤਰ੍ਹਾਂ ਦਾ ਇਲਮ ਧਾਰਮਿਕ ਵਿਦਵਾਨ ਮਹਾਂਪੁਰਸ਼ਾਂ ਨੇ ਮੰਨਿਆ ਹੈ, ਇੱਕ ਕਾਲਾ ਇਲਮ ਅਤੇ ਦੂਸਰਾ ਨੂਰੀ ਇਲਮ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਸ਼੍ਰੀ ਜਾਪ ਸਾਹਿਬ ਜੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ। ਕਿ ਉਹ ਜੋ ਪਰਮਾਤਮਾ ਦਾ ਨਾਮ ਹੈ ਉਹ ਸਾਰੇ ਮੰਤਰਾਂ ਜੰਤਰਾਂ ਤੰਤਰਾਂ ਤੋਂ ਉੱਪਰ ਹੈ। ਤਾਂ ਉਸ ਰਾਜੇ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਸਹਾਇਤਾ ਕਰੋ, ਕਿਰਪਾ ਕਰੋ। ਤਾਂ ਗੁਰੂ ਘਰ ਦੇ ਬਿਰਦ ਦੇ ਅਨੁਸਾਰ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਦੀ ਸਹਾਇਤਾ ਵਾਸਤੇ ਅਸਾਮ ਵਾਲੇ ਪਾਸੇ ਚਲੇ ਜਾਂਦੇ ਹਨ। ਉਸ ਤੋਂ ਬਾਅਦ ਹੀ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਹੁੰਦਾ ਹੈ। ਗੁਰੂ ਸਾਹਿਬ ਦਾ ਜਦੋਂ ਜਨਮ ਹੁੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਕਿੰਨੇ ਸਮੇਂ ਬਾਅਦ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਆ? ਜਦੋਂ ਪਹਿਲੀ ਵਾਰ ਗੁਰੂ ਸਾਹਿਬ ਦਾ ਜਿਹੜਾ ਮਿਲਾਪ ਆ ਉਹ ਬਾਲਾ ਪ੍ਰੀਤਮ ਨਾਲ ਹੁੰਦਾ ਹੈ। ਬਾਲਾ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਿਲਾਪ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੀ ਹੁੰਦਾ ਹੈ ਜੀ। ਕਿਉਂਕਿ 6 ਸਾਲ ਦਾ ਸਮਾਂ ਸਤਿਗੁਰੂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੀ ਰਹੇ ਹਨ ਜੀ। 9 ਪਾਤਸ਼ਾਹੀਆਂ ਦੀ ਸਿੰਘ ਸਾਹਿਬ ਜੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਜਿਹੜਾ ਆ ਉਹ ਪ੍ਰਕਾਸ਼ ਜਿਹੜਾ ਆ ਉਹ ਪੰਜਾਬ ਦੀ ਧਰਤੀ ਦੇ ਉੱਤੇ ਹੀ ਹੁੰਦਾ ਆ। ਉਸ ਸਮੇਂ ਦੇ ਕੀ ਹਾਲਾਤ ਸਨ ਕਿ ਗੁਰੂ ਸਾਹਿਬ ਦਾ ਜਿਹੜਾ ਜਨਮ ਆ ਪ੍ਰਕਾਸ਼ ਆ ਉਹ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ? ਇਹ ਸਤਿਗੁਰੂ ਪਾਤਸ਼ਾਹ
ਜਿਸ ਵਕਤ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਾਂਦੇ ਹਨ ਜੀ ਤਾਂ ਉਸ ਵਕਤ ਸਾਲਸਰਾਏ ਜੌਹਰੀ ਦੇ ਨਾਲ ਬਚਨ ਹੋਏ ਸਨ ਜੀ ਕਿਉਂਕਿ ਉਸ ਨੇ ਭਾਈ ਮਰਦਾਨੇ ਦੁਆਰਾ ਜਿਹੜਾ ਲਾਲ ਸੀ ਦੇਖ ਕੇ ਦਰਸ਼ਨ ਕਰਕੇ ਉਸ ਦੀ ਦਰਸ਼ਨੀ ਭੇਟਾ ਦਿੱਤੀ ਜੀ ਤਾਂ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਆਖਣ ਲੱਗੇ ਕਿ ਠੀਕ ਹੈ, ਤੂੰ ਸਾਲਸਰਾਏ ਬੜਾ ਸਿਆਣਾ ਹੈ, ਬੜਾ ਸਮਝਦਾਰ ਹੈ, ਜੀ ਪਰ ਅਸਲ ਦੇ ਵਿੱਚ ਜਿਹੜਾ ਜੀਵਨ ਹੈ ਇਹ ਵੀ ਇੱਕ ਅਮੋਲਕ ਲਾਲ ਦੀ ਤਰ੍ਹਾਂ ਹੈ, ਬੜਾ ਕੀਮਤੀ ਹੈ। ਜੀ ਇਹ ਜਿਹੜੇ ਜੀਵਨ ਦੇ ਸਵਾਸ ਹਨ ਇਹ ਵੀ ਕੀਮਤੀ ਲਾਲਾਂ ਦੀ ਤਰ੍ਹਾਂ ਹਨ। ਜੀ ਇਸ ਜੀਵਨ ਦੀ ਵੀ ਸੰਭਾਲ ਕਰ, ਸਵਾਸਾਂ ਦੀ ਸੰਭਾਲ ਕਰ। ਜੀ ਉਸਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਆਪ ਜੀ ਇਸ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਈ ਰੱਖੋ, ਠਹਿਰੋ। ਜੀ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਸ ਵਕਤ ਇਹ ਵਾਅਦਾ ਕੀਤਾ ਸੀ ਕਿ ਬਈ ਹੁਣ ਤਾਂ ਅਸੀਂ ਪ੍ਰਚਾਰ ਵਾਸਤੇ ਦੂਰ ਦਰੇਡੇ ਜਾਣਾ ਹੈ, ਜੀ ਉਹ ਸਮਾਂ ਆਵੇਗਾ 10ਵਾਂ ਜਾਮਾ ਤੁਹਾਡੇ ਘਰ ਦੇ ਵਿੱਚ ਅਸੀਂ ਧਾਰਨ ਕਰਾਂਗੇ। ਜੀ ਇਸ ਕਰਕੇ ਉਹ ਸਮਾਂ ਜਿਹੜਾ ਸੀ ਅੱਜ ਦਾ ਮਹਾਨ ਪਵਿੱਤਰ ਦਿਹਾੜਾ ਆਇਆ। ਜੀ 10ਵੇਂ ਸਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉਸੇ ਸਾਲਸਰਾਏ ਦੇ ਘਰ ਦੇ ਵਿੱਚ ਹੀ ਜੀ ਜੋ ਪ੍ਰਕਾਸ਼ ਹੈ ਉਹ ਧਾਰਨ ਕੀਤਾ। ਜੀ ਸਿੰਘ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਬਚਪਨ ਦੇ ਵਿੱਚ ਸਨ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਲੀਲਾਵਾਂ ਨੇ ਉਹਨਾਂ ਨੇ ਕੀਤੀਆਂ ਆ, ਉਹਨਾਂ ਦੇ ਵਿੱਚੋਂ ਮੈਂ ਚਾਹੂੰਗਾ ਕਿ ਤੁਸੀਂ ਸੰਗਤਾਂ ਨਾਲ ਜ਼ਿਕਰ ਕਰੋ ਕਿ ਬਚਪਨ ਦੇ ਵਿੱਚ ਉਹਨਾਂ ਦਾ ਜਿਹੜਾ ਖੇਡ ਸੀਗੀ ਉਹਨਾਂ ਦੀ ਆਮ ਜਿਹੜੇ ਬਾਲਕ ਸੀਗੇ ਉਹਨਾਂ ਨਾਲੋਂ ਵੱਖਰੀਆਂ ਕਿਵੇਂ ਸਨ? ਇਹ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਜੀ ਤਾਂ ਉਸ ਵਕਤ ਠਸਕੇ ਨਗਰ ਤੋਂ ਭੀਖਣ ਖਾਨ ਜਿਹੜਾ ਸੀ ਜੀ ਜੀ ਫਕੀਰ, ਜੀ ਉਸ ਨੂੰ ਇਹ ਪਤਾ ਚੱਲ ਗਿਆ ਸੀ ਵੀ ਪੂਰਬ ਵਾਲੇ ਪਾਸੇ ਪਰਮੇਸ਼ਰ ਦਾ ਜੋ ਸਰੂਪ ਹੈ ਉਸ ਨੇ ਅਵਤਾਰ ਧਾਰਿਆ ਹੈ। ਉਸ ਨੇ ਪੂਰਬ ਵਾਲੇ ਪਾਸੇ ਨਮਸਕਾਰ ਕੀਤੀ, ਸਿਜਦਾ ਕੀਤਾ, ਮੱਥਾ ਟੇਕਿਆ। ਜੀ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਦੇ ਸ਼੍ਰੀ ਤਵ ਪ੍ਰਸਾਦ ਸਵਈਆਂ ਦੇ ਵਿੱਚ ਬਚਨ ਹਨ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸੀਸ ਨਿਵਾਇਓ। ਜੀ ਵੀ ਜਿਹੜੇ ਹਿੰਦੂ ਹਨ ਉਹ ਪੂਰਬ ਵਾਲੇ ਪਾਸੇ ਆਪਣਾ ਸਿਰ ਨਿਵਾਉਂਦੇ ਹਨ ਅਤੇ ਜਿਹੜੇ ਮੁਸਲਮਾਨ ਹਨ ਉਹ ਪੱਛਮ ਵਾਲੇ ਪਾਸੇ ਆਪਣਾ ਸਿਰ ਨਿਵਾਉਂਦੇ ਹਨ, ਉਧਰ ਆਪਣਾ ਮੱਕਾ ਕਾਬਾ ਜਾਣ ਕੇ। ਜੀ ਪਰ ਇਹ ਮੁਸਲਮਾਨ ਹੋ ਕੇ ਭੀਖਣ ਖਾਨ ਪਠਾਨ ਨੇ ਜਦ ਪੂਰਬ ਵਾਲੇ ਪਾਸੇ ਸਿਜਦਾ ਕੀਤਾ ਤਾਂ ਉਸਦੇ ਜਿਹੜੇ ਮੁਰੀਦ ਸਨ ਉਹਨਾਂ ਨੇ ਸ਼ੰਕਾ ਕੀਤਾ ਕਿ ਤੁਸੀਂ ਪੂਰਬ ਵਾਲੇ ਪਾਸੇ ਕਿਉਂ ਸਿਜਦਾ ਕੀਤਾ ਹੈ। ਜੀ ਤਾਂ ਭੀਖਣ ਖਾਨ ਆਖਣ ਲੱਗੇ ਕਿ ਅੱਜ ਉਹ ਅੱਲਾਹ ਤਾਲਾ ਦਾ ਜਿਹੜਾ ਨੂਰ ਹੈ ਉਹ ਪੂਰਬ ਵਾਲੇ ਪਾਸੇ ਹੀ ਪ੍ਰਗਟ ਹੋਇਆ ਹੈ। ਜੀ ਆਪਣੇ ਮੁਰੀਦਾਂ ਦੇ ਸਮੇਤ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਟਨਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚਿਆ। ਜੀ ਔਰ ਉਸ ਵਕਤ ਇਹਨਾਂ ਨੇ 2 ਕੁੱਜੀਆਂ ਜਿਹੜੀਆਂ ਸਨ ਬਾਲਾ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਹਮਣੇ ਕੀਤੀਆਂ। ਜੀ ਮਨ ਦੇ ਵਿੱਚ ਸੰਕਲਪ ਕੀਤਾ ਕਿ ਇੱਕ ਕੁੱਜੀ ਜਿਹੜੀ ਆ ਉਹ ਹਿੰਦੂ ਧਰਮ ਦੀ ਹੈ, ਦੂਸਰੀ ਇਸਲਾਮ ਧਰਮ ਦੀ ਹੈ। ਜੀ ਮੈਂ ਇਹ ਦੇਖਾਂਗਾ ਕਿ ਇਹ ਜਿਹੜੇ ਅਵਤਾਰੀ ਪੁਰਸ਼ ਆਏ ਹਨ ਜੀ ਉਹ ਕਿਹਨਾਂ ਦਾ ਪੱਖ ਪੂਰਦੇ ਹਨ, ਕਿਹਨਾਂ ਦੀ ਸਹਾਇਤਾ ਕਰਦੇ ਹਨ। ਜੀ ਤਾਂ ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਐਨ ਛੋਟੀ ਅਵਸਥਾ ਦੇ ਵਿੱਚ, ਕੁਝ ਦਿਨਾਂ ਦੇ ਹੀ ਸਨ, ਜੀ ਤਾਂ ਦੋਨਾਂ ਕੁੱਜੀਆਂ ਦੇ ਵਿੱਚ ਇਸ ਤਰ੍ਹਾਂ ਹੱਥ ਰੱਖ ਦਿੱਤੇ ਉੱਪਰ, ਜੀ ਤਾਂ ਜਣਾਇਆ ਕਿ ਅਸੀਂ ਸਾਰਿਆਂ ਦੇ ਨਾਲ ਪਿਆਰ ਕਰਨ ਵਾਲੇ ਹਾਂ। ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤਾਂ ਇਸ ਤਰ੍ਹਾਂ ਦਾ ਸੰਦੇਸ਼ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ ਸਾਨੂੰ ਝਲਕਦਾ ਹੈ। ਜੀ ਮਹਾਰਾਜ ਜੀ ਦੇ ਬਚਨ ਹਨ, ਕੋ ਭਇਓ ਮੁੰਡਿਆ ਸੰਨਿਆਸੀ, ਕੋ ਜੋਗੀ ਭਇਓ, ਕੋ ਬ੍ਰਹਮਚਾਰੀ, ਕੋ ਜਤੀ ਅਨਬਾਨਬੋ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਕਰਤਾ ਕਰੀਮ ਸੋਈ ਰਾਜਿਕ ਰਹੀਮ ਹੋਈ, दूसरो न भेद कोई भूल भ्रम मानबो, एक ही की सेव सब ही को गुरुदेव एक ही स्वरूप सब एक जोत जानबो। ਭਾਵ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਕੌਤਕ ਦੇ ਰਾਹੀਂ ਛੋਟੀ ਅਵਸਥਾ ਦੇ ਵਿੱਚ, ਬਚਪਨ ਦੇ ਵਿੱਚ ਹੀ ਸੰਗਤਾਂ ਦੇ ਵਿੱਚ ਦੇਣਾ ਸ਼ੁਰੂ ਕਰ ਦਿੱਤਾ। ਜੀ ਸਿੰਘ ਸਾਹਿਬ ਜੀ, ਫਿਰ ਜਦੋਂ ਬਚਪਨ ਦੇ ਵਿੱਚ ਦੂਸਰੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਨਾਲ
ਤੇ ਉਹਨਾਂ ਦੇ ਨਾਲ ਜਦੋਂ ਬਾਲਾ ਪ੍ਰੀਤਮ ਜਿਹੜੇ ਆ ਉਹ ਖੇਡਾਂ ਖੇਡਦੇ ਸਨ ਤੇ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਿਆ ਕਰਦੇ ਸਨ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ? ਸਤਿਗੁਰੂ ਪਾਤਸ਼ਾਹ ਜੀ ਬਚਪਨ ਦੇ ਵਿੱਚ ਆਪਣੀਆਂ ਹਾਣੀਆਂ ਦੇ ਨਾਲ ਮਿਲ ਕੇ ਇੱਕ ਦੋ ਟੋਲੇ ਜੋ ਜਥੇ ਬਣਾ ਲੈਂਦੇ ਸਨ ਜੀ ਅਤੇ ਆਪਸ ਦੇ ਵਿੱਚ ਜੰਗ ਯੁੱਧ ਕਰਨਾ, ਇਹ ਆਪਣੇ ਸਹਾਣੀਆਂ ਨੂੰ, ਆਪਣੇ ਸਾਥੀਆਂ ਨੂੰ ਦਰਸਾ ਰਹੇ ਸਨ ਜੀ ਕਿ ਕਿਵੇਂ ਆਪਾਂ ਦੁਸ਼ਮਣ ਦੇ ਖਿਲਾਫ ਇਕਮੁੱਠ ਹੋਣਾ ਹੈ, ਲੜਨਾ ਹੈ। ਜੀ ਔਰ ਦੂਸਰਾ, ਗੁਲੇਲਿਆਂ ਦੇ ਨਾਲ ਵੀ ਖੇਡਾਂ ਖੇਡਿਆ ਕਰਦੇ ਸਨ। ਜੀ ਪਹਿਲਾਂ ਗੁਲੇਲਿਆਂ ਦੇ ਨਾਲ ਜਿਹੜੀਆਂ ਬੀਬੀਆਂ, ਉਹ ਜਿੱਥੇ ਪਵਿੱਤਰ ਧਰਤੀ ਸ੍ਰੀ ਪਟਨਾ ਸਾਹਿਬ ਜੀ, ਉਹਦੇ ਅੰਦਰਵਾਰ ਇੱਕ ਖੂਹ ਹੈ ਜੀ ਜਿੱਥੋਂ ਬੀਬੀਆਂ ਪਾਣੀ ਭਰਨ ਵਾਸਤੇ ਆਇਆ ਕਰਦੀਆਂ ਸਨ। ਜੀ ਤਾਂ ਸਤਿਗੁਰੂ ਪਾਤਸ਼ਾਹ ਜੀ ਗੁਲੇਲਿਆਂ ਦੇ ਨਾਲ ਉਹਨਾਂ ਬੀਬੀਆਂ ਦੇ ਘੜਿਆਂ ਨੂੰ ਤੋੜ ਦਿੰਦੇ। ਜੀ ਤਾਂ ਉਹਨਾਂ ਨੇ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਜੀ ਮਾਤਾ ਜੀ ਨੇ ਉਹਨਾਂ ਨੂੰ ਗਾਗਰਾਂ ਲੈ ਦਿੱਤੀਆਂ। ਜੀ ਉਹ ਗੁਲੇਲੇ ਹੁਣ ਵੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸਤਿਗੁਰੂ ਜੀ ਦੇ ਸੁਸ਼ੋਭਿਤ ਹਨ। ਜੀ ਸਤਿਗੁਰੂ ਜੀ ਨੇ ਫਿਰ ਤੀਰ ਦੇ ਨਾਲ ਉਹ ਜਿਹੜੀ ਗਾਗਰ ਸੀ ਉਹ ਪਾੜ ਦਿੱਤੀ। ਤਾਂ ਉਹਨਾਂ ਬੀਬੀਆਂ ਨੇ ਫਿਰ ਬੇਨਤੀ ਕੀਤੀ। ਤਾਂ ਮਾਤਾ ਗੁਜਰ ਕੌਰ ਜੀ ਆਖਣ ਲੱਗੇ ਕਿ ਲਾਲ ਜੀ, ਇਹ ਤੁਸੀਂ ਕੀ ਕਰ ਰਹੇ ਹੋ? ਤਾਂ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਮਾਤਾ ਜੀ, ਮੈਂ ਤਾਂ ਭਲਾ ਕਰ ਰਿਹਾ ਹਾਂ, ਇਹਨਾਂ ਨੂੰ ਨਹੀਂ ਸਮਝ ਆਉਂਦੀ ਤਾਂ ਮੇਰਾ ਇਸ ਦੇ ਵਿੱਚ ਕੀ ਦੋਸ਼ ਹੈ? ਜੀ ਆਖਣ ਲੱਗੇ ਲਾਲ ਜੀ, ਇਸ ਦੇ ਵਿੱਚ ਤੁਸੀਂ ਕੀ ਭਲਾ ਕਰ ਰਹੇ ਹੋ? ਜੀ ਮਹਾਰਾਜ ਆਖਣ ਲੱਗੇ, ਗਾਗਰ ਨੂੰ ਇੱਧਰ ਲਿਆਓ। ਜਦ ਲਿਆਂਦਾ, ਸਾਹਮਣੇ ਰੱਖਿਆ, ਜੀ ਤਾਂ ਉਹ ਤੀਰ ਦੇ ਨਾਲ ਗਾਗਰ ਦੇ ਵਿੱਚ ਸੱਪ ਸੀ, ਉਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਮਾਰਿਆ ਸੀ। ਜੀ ਭਾਵ ਜਿਵੇਂ ਸਤਿਗੁਰਾਂ ਦੇ ਬਚਨ ਹਨ ਕਿ ਤੁਮ ਕਰੋ ਭਲਾ, ਹਮ ਭਲੋ ਨਾ ਜਾਣੈ, ਜੀ ਤੁਮ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਹਮ ਰਾਖੋ ਆਪਣੇ ਬਾਲਾ। ਜੀ ਭਾਵ ਸਤਿਗੁਰੂ ਜੀ ਤਾਂ ਹਮੇਸ਼ਾ ਭਲਾ ਹੀ ਕਰਦੇ ਹਨ। ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੌਤਕ, ਕਦੇ ਬੇੜੀ ਦੀ ਸੈਲ ਕਰਨ ਵਾਸਤੇ ਚਲੇ ਜਾਣਾ, ਜੀ ਕਦੇ ਹੋਰ ਜਿਹੜੇ ਸਮੇਂ ਦੇ ਮੁਗਲ ਹਾਕਮ ਸਨ ਉਹ ਆਉਂਦੇ, ਉਹਨਾਂ ਦਾ ਬਹੁਤਾ ਮਾਣ ਸਨਮਾਨ ਨਾ ਕਰਨਾ, ਜੀ ਕਿਉਂਕਿ ਮਹਾਰਾਜ ਦਾ ਸਿਧਾਂਤ ਹੈ। ਪਾਵਨ ਗੁਰਬਾਣੀ ਦੇ ਵਿੱਚ ਵੀ ਇਹ ਉਹਨਾਂ ਦੇ ਦਸਮ ਬਾਣੀ ਦੇ ਵਿੱਚ ਬਚਨ ਹਨ ਜੀ ਕਿ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਜੀ ਸਤਿਗੁਰੂ ਪਾਤਸ਼ਾਹ ਜੀ ਆਪ ਵੀ ਅਤੇ ਸਾਰੀ ਲੁਕਾਈ ਨੂੰ ਉਸ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈਣ ਵਾਸਤੇ ਪ੍ਰੇਰਿਤ ਕਰ ਰਹੇ ਸਨ। ਜੀ ਸਿੰਘ ਸਾਹਿਬ ਜੀ, ਪਟਨਾ ਤੋਂ ਫਿਰ ਪਟਨਾ ਸਾਹਿਬ ਤੋਂ ਫਿਰ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਆਨੰਦਪੁਰ ਸਾਹਿਬ ਫਿਰ ਗੁਰੂ ਸਾਹਿਬ ਜਿਹੜੇ ਆ ਉਹ ਕਦੋਂ ਪਹੁੰਚਦੇ ਆ? ਤੇ ਫਿਰ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਆਨੰਦਪੁਰ ਦੀ ਧਰਤੀ ਦੇ ਉੱਤੇ ਹੀ ਉਹਨਾਂ ਦਾ ਮੇਲ ਹੁੰਦਾ ਆ। ਫਿਰ ਉਹ ਮੈਂ ਚਾਹੂੰਗਾ ਕਿ ਸੰਗਤਾਂ ਨਾਲ ਤੁਸੀਂ ਸਾਂਝ ਕਰੋ ਕਿ ਆਨੰਦਪੁਰ ਸਾਹਿਬ ਪਹੁੰਚਣ 'ਤੇ ਜਦੋਂ ਫਿਰ ਮੇਲ ਹੁੰਦਾ ਆ ਤਾਂ ਕਿਵੇਂ ਦੇ ਉਹ ਪਲ ਸਨ ਮਿਲਾਪ ਦੇ? ਬਹੁਤ ਹੀ ਸੁਹਾਵਣੇ ਪਲ ਸਨ। ਇਤਿਹਾਸਕਾਰਾਂ ਨੇ ਬੜਾ ਸੋਹਣਾ ਲਿਖਿਆ ਹੈ ਕਿ ਜਿਸ ਵਕਤ ਪਹਿਲਾਂ ਆਨੰਦਪੁਰ ਸਾਹਿਬ ਜੀ ਦਾ ਪਹਿਲਾ ਨਾਮ ਸੀ ਚੱਕ ਮਾਤਾ ਨਾਨਕੀ ਜੀ, ਜੀ ਔਰ ਜਿਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਾਵਨ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਏ ਔਰ ਸਤਿਗੁਰਾਂ ਨੇ ਇਹ ਸ਼ਬਦ ਪੜਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤਾਂ ਨਾਲ ਹੀ ਇਹ ਐਲਾਨ ਹੋ ਗਿਆ ਕਿ ਇਸ ਨਗਰੀ ਦਾ ਨਾਮ ਅੱਜ ਤੋਂ ਆਨੰਦਪੁਰ ਸਾਹਿਬ ਹੈ। ਜੀ ਬਹੁਤ ਖੁਸ਼ੀਆਂ ਮਨਾਈਆਂ ਗਈਆਂ, ਬੜਾ ਹੀ ਸੁਹਾਵਣਾ ਮਾਹੌਲ ਸੀ ਉਸ ਵਕਤ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ। ਜੀ ਸਿੰਘ ਸਾਹਿਬ ਜੀ, ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ। ਕਿਵੇਂ ਉਹ ਕੌਤਕ ਜਿਹੜਾ ਗੁਰੂ ਸਾਹਿਬ ਨੇ ਉੱਥੇ ਰਚਿਆ ਤੇ ਕੀ ਸਮੇਂ ਦੇ ਹਾਲਾਤ ਸਨ ਜਿਨ੍ਹਾਂ ਨੂੰ ਵੇਖਦਿਆਂ ਆ ਉਹਨਾਂ ਨੇ ਇਹ ਸਮਝਿਆ ਕਿ ਇਹ ਖਾਲਸੇ ਦੀ ਸਿਰਜਣਾ ਜਿਹੜੀ ਆ ਉਹ ਬੜੀ ਜ਼ਰੂਰੀ ਆ? ਇਹ ਭਾਈ ਸਾਹਿਬ ਜੀ, ਜਿਸ ਵਕਤ ਹਿੰਦੂ ਧਰਮ ਦੇ ਨੁਮਾਇੰਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਸਨ, ਜੀ ਜਿਸ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਦੁਖੀਏ ਵਿਪਰ ਜੋ ਚੱਲ ਕੇ ਆਏ ਪੂਰੀ ਆਨੰਦ, ਬਾਹੇ ਹਮਾਰੀ ਪਕੜੀਏ ਸ੍ਰੀ ਹਰਗੋਬਿੰਦ ਕੇ ਚੰਦ। ਜੀ ਤਾਂ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਸ ਉਹਨਾਂ ਦੀ ਉਮਰ 9 ਸਾਲ ਦੀ ਸੀ, ਆਖਣ ਲੱਗੇ ਕਿ ਤੁਹਾਡੇ ਤੋਂ ਵੱਧ ਕੇ ਹੋਰ ਕੌਣ ਮਹਾਂਪੁਰਸ਼ ਹੈ ਜੀ ਜਿਹੜਾ ਇਸ ਜ਼ੁਲਮ ਦੀ ਹਨੇਰੀ ਨੂੰ ਰੋਕ ਸਕਦਾ ਹੈ। ਜੀ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉਹਨਾਂ ਦੀ ਦੁਖੀਆਂ ਦੀ ਬਾਂਹ ਪਕੜੀ, ਜਿਸ ਦਾ ਸਮੇਂ ਦੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਐ, ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ,
ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ। ਜੀ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਦਿੱਲੀ ਵਿਖੇ ਜੀ ਹਿੰਦੂ ਧਰਮ ਦੀ ਰਾਖੀ ਵਾਸਤੇ। ਜੀ ਤਾਂ ਭਾਈ ਜੈਤਾ ਜੀ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਏ ਜੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਗਲਵਕੜੀ ਦੇ ਵਿੱਚ ਲੈ ਕੇ ਇਹ ਬਚਨ ਕੀਤਾ, ਰੰਗ ਰੇਟੇ ਗੁਰੂ ਕੇ ਬੇਟੇ। ਭਾਵ ਕਿ ਭਾਵੇਂ ਛੋਟੀ ਜਾਤ ਦੇ ਨਾਲ ਸੰਬੰਧ ਰੱਖਦੇ ਸਨ, ਪਰ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਬੇਟੇ ਦਾ ਦਰਜਾ ਦਿੱਤਾ। ਜੀ ਜੋ ਪੁਰਾਤਨ ਸਿਧਾਂਤ ਗੁਰੂ ਘਰ ਦੇ ਚੱਲ ਰਹੇ ਸਨ ਕਿ ਕੋਈ ਵੀ ਵਿਅਕਤੀ ਜਾਤ ਕਰਕੇ ਮਹਾਨ ਨਹੀਂ, ਕਰਮ ਕਰਕੇ ਮਹਾਨ ਹੈ। ਜੀ ਸਤਿਗੁਰਾਂ ਨੇ ਐਸਾ ਮਾਣ ਦਿੱਤਾ ਕਿ ਤੂੰ ਐਸਾ ਕਰਮ ਕੀਤਾ ਹੈ ਭਾਈ ਜੈਤਾ ਜੀ ਕਿ ਜਿਹੜੇ ਵੱਡੇ ਵੱਡੇ ਵੀ ਨਹੀਂ ਕਰ ਸਕਦੇ, ਇਸ ਕਰਕੇ ਤੂੰ ਗੁਰੂ ਕਾ ਬੇਟਾ ਹੈ, ਗੁਰੂ ਕਾ ਪੁੱਤਰ ਹੈ, ਐਸਾ ਮਾਣ ਦਿੱਤਾ। ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੀ ਅਸਥਾਨ ਹੈ ਸ਼ੀਸ਼ਗੰਜ ਸਾਹਿਬ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ। ਜੀ ਔਰ ਭਾਈ ਜੈਤਾ ਜੀ ਦੇ ਕੋਲੋਂ ਪੁੱਛਿਆ ਸੀ ਕਿ ਭਾਈ ਜੈਤਾ ਜੀ ਦੱਸੋ ਕਿ ਜਿਸ ਵਕਤ ਦਿੱਲੀ ਪਿਤਾ ਸਤਿਗੁਰੂ ਜੀ ਦਾ ਜੋ ਸ਼ਹੀਦੀ ਹੋਈ, ਸ਼ਹਾਦਤ ਹੋਈ, ਉਸ ਵਕਤ ਕਿੰਨੇ ਕੁ ਸਿੱਖ ਸਨ? ਜੀ ਤਾਂ ਭਾਈ ਜੈਤਾ ਜੀ ਆਖਣ ਲੱਗੇ ਕਿ ਕੋਈ ਪਤਾ ਨਹੀਂ ਚੱਲਦਾ ਸੀ ਵੀ ਕਿਹੜਾ ਸਿੱਖ ਹੈ ਕਿਹੜਾ ਗੈਰ ਸਿੱਖ ਹੈ। ਜੀ ਉਸ ਵਕਤ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਫੈਸਲਾ ਕੀਤਾ ਸੀ ਵੀ ਮੈਂ ਐਸਾ ਖਾਲਸਾ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਖਲੋਤਾ ਹੋਇਆ ਵੀ ਦਿਖਾਈ ਦੇਵੇਗਾ। ਜੀ ਸ਼੍ਰੀ ਕਲਗੀਧਰ ਸੁਣ ਕਰ ਐਸੇ, ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸ਼੍ਰੀ ਕਲਗੀਧਰ ਸੁਣ ਕਰ ਐਸੇ, ਗਰਜਤ ਬੋਲੇ ਜਲ ਧਰ ਜੈਸੇ, ਇਸ ਬਿਦ ਕੋ ਪੰਥ ਬਨਾਵੋ, ਸਗਲ ਜਗਤ ਵਿਖੇ ਪ੍ਰਗਟਾਵੋ, ਜਥਾ ਬਕਨ ਮੈਂ ਹੰਸ ਨਾ ਛਪੈ, ਮ੍ਰਿਗਨ ਮਹਿ ਕੇਹਰ ਜਿਮ ਦਿਪੈ। ਜਿਵੇਂ ਕਹਿੰਦੇ ਬਹੁਤ ਸਾਰੇ ਪੰਛੀ ਹੋਣ, ਹੰਸ ਦੀ ਵੱਖਰੀ ਪਹਿਚਾਣ ਹੁੰਦੀ ਹੈ, ਬਹੁਤ ਸਾਰੇ ਜਾਨਵਰ ਹੋਣ, ਸ਼ੇਰ ਦੀ ਵੱਖਰੀ ਪਹਿਚਾਣ ਹੁੰਦੀ ਹੈ, ਲੱਖੋਂ ਨਰ ਇਕੱਠੇ ਹੋਏ ਜਾਏ, ਖਾਲਸਾ ਪ੍ਰਿਥਕ ਹੀ ਪਹਿਚਾਨਿਓ ਜਾਏ। ਲੱਖਾਂ ਲੋਕ ਇਕੱਠੇ ਹੋਣਗੇ ਪਰ ਖਾਲਸੇ ਦੀ ਵੱਖਰੀ ਪਹਿਚਾਣ ਹੋਵੇਗੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਸਮਾਂ ਜਿਹੜਾ ਸੀ ਫਿਰ ਦਿਨ ਚੁਣਿਆ ਜੀ 1699 ਦੀ ਵਿਸਾਖੀ ਵਾਲੇ ਦਿਨ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਖਾਲਸੇ ਪੰਥ ਦੀ ਸਿਰਜਣਾ ਕੀਤੀ ਅਤੇ ਇਹ ਦੀਵਾਨ ਦੇ ਵਿੱਚ ਬਚਨ ਕੀਤਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਵਾਰੋ ਵਾਰੀ ਪੰਜ ਸਿੱਖਾਂ ਨੇ ਆਪਣੇ ਸੀਸ ਭੇਟਾ ਕੀਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਸੀਸ ਲੈ ਕੇ ਫਿਰ ਉਹਨਾਂ ਨੂੰ ਆਪਣੇ ਪਿਆਰੇ ਬਣਾਇਆ ਕਿ ਇਹ ਮੇਰੇ ਪਿਆਰੇ ਹਨ। ਜੀ ਇਸ ਤਰ੍ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਸਤਿਗੁਰੂ ਜੀ ਨੇ ਰਹਿਤਾਂ ਦ੍ਰਿੜ ਕਰਵਾਈਆਂ, ਕਰਹਿਤਾਂ ਤੋਂ ਬਚ ਕੇ ਰਹਿਣ ਦੀ ਹਦਾਇਤ ਕੀਤੀ। ਐਸਾ ਅਗੰਮੀ ਕੌਤਕ ਸਤਿਗੁਰੂ ਜੀ ਨੇ 1699 ਦੀ ਵਿਸਾਖੀ ਤੇ ਕੀਤਾ। ਜੀ ਸੋ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਨਾਲ ਬੜੇ ਸੁੰਦਰ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਇਤਿਹਾਸ ਤੇ ਪੰਨਿਆਂ ਨੂੰ ਤੁਸੀਂ ਸਰਵਣ ਕਰ ਰਹੇ ਹੋ। ਸਿੰਘ ਸਾਹਿਬ ਜੀ ਖਾਲਸਾ ਪੰਥ ਦੀ ਸਿਰਜਣਾ ਹੁੰਦੀ ਹੈ ਤਾਂ ਗੱਲ ਕਰੀਏ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਜਿਹੜਾ ਆ ਉਹ ਕਦੋਂ ਹੁੰਦਾ ਹੈ ਤੇ ਗੁਰੂ ਕੇ ਮਹਿਲਾਂ ਦੇ ਬਾਰੇ ਦੇ ਵਿੱਚ ਤੇ ਗੁਰੂ ਜੀ ਦੀ ਜਿਹੜੀ ਸੰਤਾਨ ਸੀ ਸਾਹਿਬਜ਼ਾਦਿਆਂ ਦੇ ਸੰਬੰਧ ਦੇ ਵਿੱਚ ਮੈਂ ਚਾਹੂੰਗਾ ਕਿ ਸੰਗਤਾਂ ਨਾਲ ਸਾਂਝ ਕਰੋ। ਸਤਿਗੁਰੂ ਪਾਤਸ਼ਾਹ ਜੀ ਦਾ ਆਨੰਦ ਕਾਰਜ ਅਨੰਦਪੁਰ ਸਾਹਿਬ ਦੇ ਨਜ਼ਦੀਕ ਹੀ, ਜਿਸ ਨੂੰ ਆਪਾਂ ਗੁਰੂ ਕਾ ਲਾਹੌਰ ਆਖਦੇ ਹਾਂ, ਉਸ ਪਾਵਨ ਧਰਤੀ ਤੇ ਮਾਤਾ ਜੀਤ ਕੌਰ ਜੀ ਦੇ ਨਾਲ ਹੁੰਦਾ ਹੈ ਜੀ ਔਰ ਉਸ ਤੋਂ ਉਪਰੰਤ ਮਾਤਾ ਸੁੰਦਰ ਕੌਰ ਜੀ ਔਰ ਮਾਤਾ ਸਾਹਿਬ ਕੌਰ ਜੀ, ਇਹਨਾਂ ਦੇ ਨਾਲ ਆਨੰਦ ਕਾਰਜ ਹੁੰਦੇ ਹਨ ਜੀ ਔਰ ਵੱਡੇ ਸਾਹਿਬਜ਼ਾਦੇ ਦਾ ਜਿਹੜਾ ਜਨਮ ਹੈ ਜੀ ਉਹ ਸਾਧ ਸੰਗਤ ਜੀ ਮਾਤਾ ਅਜੀਤ ਕੌਰ ਜੀ ਦੀ ਕੁੱਖ ਤੋਂ ਪਾਉਂਟਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੁੰਦਾ ਹੈ ਅਤੇ ਬਾਕੀ ਜਿਹੜੇ ਤਿੰਨ ਸਾਹਿਬਜ਼ਾਦੇ ਹਨ ਉਹਨਾਂ ਦਾ ਜਨਮ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੁੰਦਾ ਹੈ। ਜੀ ਸਿੰਘ ਸਾਹਿਬ ਜੀ ਗੁਰਬਾਣੀ ਰਚਨਾ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹਨੇ ਕਿਹੜੀ ਜਿਹੜੀ ਰਚਨਾ ਆ ਉਹ ਕੀਤੀ ਹੈ?
ਦਸਮ ਗ੍ਰੰਥ ਦੀ ਰਚਨਾ ਦੇ ਰਚਨਹਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ, ਜਿਸ ਦੇ ਵਿੱਚ ਬਹੁਤ ਸਾਰੀਆਂ ਉੱਗੀਆਂ ਬਾਣੀਆਂ ਹਨ। ਜੀ ਜਿਵੇਂ ਕਿ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪਹਿਲੀ ਬਾਣੀ ਸ੍ਰੀ ਜਪਜੀ ਸਾਹਿਬ ਹੈ ਜੀ ਅਤੇ ਦਸਮ ਗ੍ਰੰਥ ਦੀ ਸਭ ਤੋਂ ਪਹਿਲੀ ਬਾਣੀ ਸ੍ਰੀ ਜਾਪ ਸਾਹਿਬ ਹੈ। ਜੀ ਇਸ ਤੋਂ ਇਲਾਵਾ ਅਕਾਲ ਉਸਤਤ, ਬਚਿੱਤਰ ਨਾਟਕ, ਇਸ ਤਰ੍ਹਾਂ ਬਹੁਤ ਸਾਰੀਆਂ ਸਵਈਏ ਹਨ। ਚੌਪਈ ਸਾਹਿਬ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਐਸੀਆਂ ਮਹਾਨ ਪਵਿੱਤਰ ਬਾਣੀਆਂ ਹਨ ਜਿਨ੍ਹਾਂ ਤੋਂ ਬਹੁਤ ਸਾਰਾ ਸਾਨੂੰ ਉਪਦੇਸ਼ ਅਤੇ ਸੰਦੇਸ਼ ਪ੍ਰਾਪਤ ਹੁੰਦਾ ਹੈ। ਜੀ ਸਿੰਘ ਸਾਹਿਬ ਜੀ, ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿਸ ਦੇ ਉੱਤੇ ਗੁਰੂ ਸਾਹਿਬ ਜੀ ਨੇ ਲੰਮਾ ਸਮਾਂ ਜਿਹੜਾ ਬਤੀਤ ਕੀਤਾ, ਕੀ ਕਾਰਨ ਬਣੇ ਉਹ ਧਰਤੀ ਨੂੰ ਛੱਡਣਾ ਪਿਆ? ਕੀ ਕੁਝ ਉਸ ਸਮੇਂ ਦੇ ਹਾਲਾਤ ਆਨੰਦਪੁਰ ਸਾਹਿਬ ਵਿਖੇ ਬਣੇ? ਕੌਣ ਲੋਕ ਸੀਗੇ ਜਿਹੜੇ ਗੁਰੂ ਸਾਹਿਬ ਜੀ ਤੋਂ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਘਿਰਨਾ ਕਰਦੇ ਸਨ ਕਿ ਗੁਰੂ ਸਾਹਿਬ ਜਿਹੜੇ ਆ ਉਹਨਾਂ ਦੇ ਕੋਲ ਜਿਹੜਾ ਆ ਉਹ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ ਜਾਂ ਜਿਹੜੇ ਸ਼ਸਤਰ ਲੈ ਕੇ ਆਉਂਦੀਆਂ ਨੇ? ਪਾਵਨ ਗੁਰਬਾਣੀ ਦੇ ਬਚਨ ਹਨ ਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਨਿਰੋਲ ਸੱਚ ਦਾ ਪ੍ਰਚਾਰ ਕਰ ਰਹੇ ਸਨ, ਜੀ ਪਰ ਕੁਝ ਐਸੇ ਲੋਕ ਸਨ, ਭਾਵੇਂ ਹਿੰਦੁਸਤਾਨ ਦੇ ਵੱਡੇ ਵੱਡੇ ਬਾਦਸ਼ਾਹ ਸਾਰੇ ਹੀ ਬਰਖਲਾਫ ਸਨ, ਜੀ ਪਰ ਸਭ ਤੋਂ ਜਿਹੜੀ ਭੈੜੀ ਕਰਤੂਤ ਹੈ ਉਹ ਪਹਾੜੀ ਰਾਜਿਆਂ ਨੇ ਕੀਤੀ। ਜੀ ਕਿਉਂਕਿ ਭਾਵੇਂ ਇਹ ਉਹੀ ਸਨ ਜਿਨ੍ਹਾਂ ਦੇ ਵੱਡ ਵਡੇਰਿਆਂ ਨੂੰ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਰਿਹਾ ਕਰਵਾਇਆ ਸੀ, ਜੀ ਪਰ ਇਹ ਅਹਿਸਾਨ ਫਰਾਮੋਸ਼ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਰਖਲਾਫ ਹੋ ਗਏ। ਜੀ ਕਈ ਵਾਰੀ ਇਹਨਾਂ ਨੇ ਅਨੰਦਪੁਰ ਸਾਹਿਬ ਤੇ ਹਮਲੇ ਕੀਤੇ, ਪਰ ਇਹਨਾਂ ਦੀ ਕੋਈ ਵਾਹ ਪੇਸ਼ ਨਹੀਂ ਗਈ। ਜੀ ਕਦੇ ਇਹ ਮਸਤ ਹਾਥੀ ਨੂੰ ਭੇਜਦੇ ਹਨ, ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਉਸ ਨੂੰ ਭਜਾ ਕੇ ਆਉਂਦੇ ਹਨ। ਜੀ ਕਦੇ ਇਹ ਕੇਸਰੀ ਚੰਦ ਰਾਜਾ ਬਹੁਤ ਸਾਰੀ ਸੈਨਾ ਲੈ ਕੇ ਆਉਂਦਾ ਹੈ, ਜੀ ਭਾਈ ਉਦੈ ਸਿੰਘ ਜੀ ਉਸ ਦਾ ਸਿਰ ਵੱਢ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਿਆ ਕੇ ਭੇਟਾ ਕਰਦੇ ਹਨ। ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੌਤਕ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੁੰਦੇ ਹਨ। ਜੀ ਔਰ ਇਸ ਤਰ੍ਹਾਂ ਫਿਰ ਉਹ ਸਮਾਂ ਫਿਰ ਆਇਆ ਜਦ ਇਹਨਾਂ ਸਾਰਿਆਂ ਨੇ ਮਿਲ ਕੇ ਹਿੰਦੁਸਤਾਨ ਦੀ ਸਰਕਾਰ, ਔਰੰਗਜ਼ੇਬ ਅਤੇ ਜਿੰਨੀਆਂ ਸੂਬਾ ਸਰਕਾਰਾਂ ਸਨ ਉਹਨਾਂ ਸਾਰਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾਇਆ ਜੀ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਹਨਾਂ ਝੂਠੀਆਂ ਕਸਮਾਂ ਖਾ ਕੇ, ਝੂਠੀਆਂ ਸਹੁੰਆਂ ਖਾ ਕੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਜੀ ਸਿੰਘ ਸਾਹਿਬ ਜੀ, ਗੁਰੂ ਸਾਹਿਬ ਜੀ ਦੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਸਮੁੱਚਾ ਜੀਵਨ ਤੁਸੀਂ ਸਿੱਖ ਸੰਗਤਾਂ ਦੇ ਨਾਲ ਸਾਂਝ ਪਾਈ ਹੈ। ਸ਼ਖਸੀਅਤ ਨੂੰ ਕਿਵੇਂ ਆਪ ਜੀ ਦੇਖਦੇ ਹੋ? ਅੱਲਾ ਜਾਰ ਖਾਂ ਜੋਗੀ ਦੇ ਬਚਨ ਹਨ ਕਿ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੋਬਿੰਦ ਕੀ ਉਹ ਕਮ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਆਪਾਂ ਸ਼ਬਦਾਂ ਦੇ ਨਾਲ, ਅਲਫਾਜ਼ਾਂ ਦੇ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਨੂੰ ਬਿਆਨ ਨਹੀਂ ਕਰ ਸਕਦੇ। ਜੀ ਇਹ ਹੈ ਕਿ ਜਿੰਨੇ ਵੀ ਕੋਈ ਸਿਫਤ ਸਲਾਹ ਕਰਦਾ ਹੈ ਉਹ ਧੰਤਾ ਦੇ ਯੋਗ ਹੁੰਦਾ ਹੈ, ਜਿਹੜਾ ਸੁਣਦਾ ਵੀ ਹੈ, ਕਰਦਾ ਵੀ ਹੈ। ਮਹਾਰਾਜ ਜੀ ਦੇ ਪਾਵਨ ਬਚਨ ਹਨ ਕਿ ਜਿੰਨੀ ਤੁਧਨੋਂ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਜੀ ਜਿਹੜੇ ਮਹਾਰਾਜ ਜੀ ਨੂੰ ਧੰਨ ਧੰਨ ਕਹਿੰਦੇ ਹਨ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਜੀ ਮਹਾਰਾਜ ਮਹਾਨ ਸ਼ਖਸੀਅਤ ਦੇ ਮਾਲਕ ਸਨ। ਜੀ ਇਸ ਮੌਕੇ ਦੇ ਉੱਤੇ ਸਿੰਘ ਸਾਹਿਬ ਜੀ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਇਹੋ ਹੀ ਬੇਨਤੀ ਹੈ ਕਿ ਜੋ ਸਤਿਗੁਰਾਂ ਨੇ ਮਹਾਨ ਫਲਸਫਾ ਸੰਸਾਰ ਦੀ ਝੋਲੀ ਦੇ ਵਿੱਚ ਪਾਇਆ ਹੈ ਵੀ ਅੰਮ੍ਰਿਤ ਛਕੋ ਸਿੰਘ ਸੱਜੋ, ਜੋ ਬਚਨ ਆਪਾਂ ਪੜ੍ਹਦੇ ਹਾਂ, ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਤਿਗੁਰਾਂ ਦੇ ਉਪਦੇਸ਼ ਦੇ ਮੁਤਾਬਕ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਹੀ ਸਤਿਗੁਰੂ ਜੀ ਦੀ ਪ੍ਰਸੰਨਤਾ ਦੇ ਪਾਤਰ ਬਣ ਸਕਦੇ ਹਾਂ। ਔਰ ਸਾਧ ਸੰਗਤ ਜੀ ਜੋ ਰਹਿਤਾਂ ਹਨ ਉਹਨਾਂ ਦੇ ਨਾਲ ਪਿਆਰ ਕਰੀਏ, ਕੁਰੈਤਾਂ ਦਾ ਤਿਆਗ ਕਰੀਏ। ਮਹਾਰਾਜ ਜੀ ਦੇ ਰਹਿਤਨਾਮਿਆਂ ਦੇ ਵਿੱਚ ਬਚਨ ਹਨ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਤ ਬਿਨਾ ਨੈ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਸਤਿਗੁਰਾਂ ਦੀਆਂ ਰਹਿਤਾਂ ਦੇ ਨਾਲ ਪਿਆਰ ਕਰੀਏ,
ਕੁਰੈਤਾਂ ਦਾ ਤਿਆਗ ਕਰੀਏ, ਤਾਂ ਹੀ ਆਪਾਂ ਸਤਿਗੁਰੂ ਜੀ ਦੀ ਪ੍ਰਸੰਨਤਾ ਦੇ ਪਾਤਰ ਬਣ ਸਕਦੇ ਹਾਂ। ਸਿੰਘ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿਵੇਂ ਸੰਗਤਾਂ ਮਨਾ ਰਹੀਆਂ ਨੇ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ, ਪਿਆਰ ਦੇ ਨਾਲ ਜੋ ਸਤਿਗੁਰੂ ਪਾਤਸ਼ਾਹ ਸਾਹਿਬੇ ਕਮਾਲ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਔਰ ਹਫਤਾ ਬਹੁਤ ਲੰਬਾ ਸਮਾਂ ਸਤਿਗੁਰਾਂ ਦੀ ਉਸਤਤ ਦੇ ਵਿੱਚ ਹੀ ਜਿਹੜੇ ਸ਼ਬਦ ਹਨ ਉਹ ਗੁਰੂ ਕੇ ਕੀਰਤਨੀਏ ਸਿੰਘ ਗਾਇਨ ਕਰਦੇ ਹਨ। ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਹਨ ਜੀ। ਸੋ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੇ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਹੋਰਾਂ ਤੋਂ ਇਤਿਹਾਸ ਸਰਵਣ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਬੜੇ ਹੀ ਸੁੰਦਰ ਸ਼ਬਦਾਂ ਦੇ ਵਿੱਚ ਸਿੰਘ ਸਾਹਿਬ ਜੀ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਨਾਲ ਸਾਂਝ ਪਾਈ। ਸੋ ਸਮੁੱਚੀ ਦੁਨੀਆ ਦੇ ਵਿੱਚ ਵਸਦਾ ਸਿੱਖ ਭਾਈਚਾਰਾ, ਸਮੁੱਚੀ ਕਾਇਨਾਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਹੀ ਹੈ। ਸੋ ਗੁਰੂ ਸਾਹਿਬ ਜੀ ਨੇ ਜੋ ਪੂਰਨੇ ਪਾਏ, ਜੋ ਗੱਲਾਂ ਦਸੀਆਂ, ਜੋ ਰਹਿਤਾਂ ਦਸੀਆਂ, ਸੋ ਉਹਨਾਂ ਦੇ ਉੱਤੇ ਚੱਲ ਕੇ ਅਸੀਂ ਆਪਣਾ ਜੀਵਨ ਜਿਹੜਾ ਆ ਉਹ ਸਫਲ ਕਰੀਏ। ਸੋ ਸਿੰਘ ਸਾਹਿਬ ਜੀ ਦਾ ਸਿੱਖ ਚੈਨਲ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ ਕਰਦਿਆਂ ਹੋਇਆਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਦਿਆਂ ਸਾਂਝੇ ਰੂਪ 'ਚ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।